चलो जिंदगी के सफर को एक नया मोड़ देते हैं। जो हमें नहीं समझ सके हम उनको समझना छोड़ देते हैं। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵਿਰਦੀ ਵੱਲੋਂ ਪਿਆਰ ਅਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਹੁਣ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ। ਵਿਚਾਰਨ ਦੀ ਗੱਲ ਦੋਸਤੋ, ਜ਼ੁਬਾਨ ਆਪਣੀ ਦੀ ਹਿਫਾਜ਼ਤ ਕਰਨਾ ਦੌਲਤ ਦੀ ਹਿਫਾਜ਼ਤ ਕਰਨ ਨਾਲੋਂ ਵੀ ਕਿਤੇ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਦੌਲਤ ਦੀ ਹਿਫਾਜ਼ਤ ਆਪਾਂ ਬੈਂਕ ਵਿੱਚ ਰੱਖ ਕੇ, ਲੋਕਰ ਵਿੱਚ ਰੱਖ ਕੇ ਜਾਂ ਕਿਤੇ ਸੇਫ ਵਿੱਚ ਰੱਖ ਕੇ ਕਰ ਸਕਦੇ ਹਾਂ, ਲੇਕਿਨ ਜ਼ੁਬਾਨ ਦੀ ਹਿਫਾਜ਼ਤ ਕਿਤੇ ਜ਼ੁਬਾਨ ਫਿਸਲ ਜਾਏ, ਗੱਲ ਵੱਧ ਘੱਟ ਨਿਕਲ ਜਾਏ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਇਸ ਦੀ ਹਿਫਾਜ਼ਤ ਬੜੇ ਹੀ ਕੇਅਰਫੁਲ ਤਰੀਕੇ ਨਾਲ ਕੀਤੀ ਜਾਵੇ। ਦੋਸਤੋ, ਬਹੁਤ ਜਾਣੇ ਅਸੀਂ, ਮੈਂ ਇਹ ਨਹੀਂ ਕਹਿੰਦਾ ਸਿਰਫ ਪੰਜਾਬੀ ਹੀ, ਹਰ ਧਰਮ ਦੇ, ਹਰ ਕਮਿਊਨਿਟੀ ਦੇ ਲੋਕ ਜਿਹੜੇ ਨੇ, ਅੰਗਰੇਜ਼ਾਂ ਲੋਕਾਂ ਨੂੰ ਅਸੀਂ ਬੜਾ ਰਿਸਪੈਕਟ ਦਿੰਦੇ ਹਾਂ, ਲੇਕਿਨ ਇਹ ਲੋਕ ਜਿੰਨੀਆਂ ਗਾਲਾਂ ਕੱਢਦੇ ਆਪਾਂ ਫਿਲਮਾਂ 'ਚ ਦੇਖਦੇ ਹਾਂ ਜਾਂ ਜਨਰਲ ਤੌਰ 'ਤੇ ਦੇਖਦੇ ਹਾਂ, ਅਸੀਂ ਹੈਰਾਨ ਹੋ ਜਾਂਦੇ ਹਾਂ। ਅਸੀਂ ਪੰਜਾਬੀ ਲੋਕ ਵੀ ਘੱਟ ਨਹੀਂ। ਬਚਪਨ ਵਿੱਚ ਮੈਨੂੰ ਯਾਦ ਹੈ ਕਿ ਮੈਂ ਛੋਟਾ ਜਿਹਾ ਸੀ, ਐਵੇਂ 2 ਸਾਲ ਦਾ ਸ਼ਾਇਦ, ਮੈਂ ਕਿਤੇ ਬਾਹਰੋਂ ਕਿਸੇ ਕੋਲੋਂ ਗਾਲ ਸੁਣ ਲਈ ਅਤੇ ਮੈਂ ਉਹ ਗਾਲ ਕੱਢ ਦਿੱਤੀ ਅਤੇ ਮੇਰੇ ਮਾਮਾ ਜੀ ਨੇ ਉਹ ਸੁਣ ਲਈ। 1 ਚਮਚ ਲਾਲ ਮਿਰਚ ਦਾ ਮੇਰੇ ਮੂੰਹ ਦੇ ਵਿੱਚ ਪਾਇਆ। ਉਹ ਦਿਨ ਹੈ ਅਤੇ ਅੱਜ ਦਾ ਦਿਨ ਹੈ, ਮੈਂ ਕਦੀ ਵੀ ਆਪਣੇ ਪਰਿਵਾਰ ਵਿੱਚ, ਆਪਣੀ ਫੈਮਿਲੀ ਵਿੱਚ, ਆਪਣੇ ਕਿਤੇ ਵੀ ਦੋਸਤਾਂ ਮਿੱਤਰਾਂ ਦੇ ਵਿੱਚ ਮੈਂ ਨਹੀਂ ਸ਼ਾਇਦ ਗਾਲ ਕੱਢੀ ਹੋਏਗੀ। ਇੱਦਾਂ ਹੀ ਮੈਂ ਆਪਣੇ ਬੱਚਿਆਂ 'ਤੇ ਵੀ ਅਮਲ ਕਰਕੇ ਵੇਖਿਆ ਅਤੇ ਨਾ ਮੇਰੇ ਬੱਚੇ ਕਿਸੇ ਤਰ੍ਹਾਂ ਦੀ ਗਾਲ ਕੱਢਦੇ ਆ। ਦੋਸਤੋ, ਕਹਿੰਦੇ ਨੇ ਕਿਸੇ ਦੀ ਐਗਜ਼ਾਮਪਲ ਦੇਣ ਨਾਲੋਂ ਜ਼ਿਆਦਾ ਵਧੀਆ ਹੈ ਜੇ ਆਪਾਂ ਆਪਣੀ ਐਗਜ਼ਾਮਪਲ ਦਈਏ, ਆਪਣੇ ਘਰ ਦੀ ਐਗਜ਼ਾਮਪਲ ਦਈਏ ਕਿ ਅਸੀਂ ਕੀ ਚੰਗਾ ਕੀਤਾ ਹੈ। ਇਸ ਵਾਸਤੇ ਅਸੀਂ ਜੇ ਆਪਣੀ ਜ਼ੁਬਾਨ 'ਤੇ ਕੰਟਰੋਲ ਸਿੱਖ ਜਾਂਦੇ ਹਾਂ ਨਾ, ਅਤੇ ਸੈਲਫ ਕੰਟਰੋਲ ਸਾਡਾ ਡਿਵੈਲਪ ਹੋ ਜਾਂਦਾ ਹੈ, ਅਤੇ ਫਿਰ ਗੁਰਬਾਣੀ ਦੀ ਉਹ ਜਿਹੜੀ ਲਾਈਨ ਹੈ ਉਹ ਸਾਡੇ ਜੀਵਨ ਵਿੱਚ ਉਤਰ ਜਾਂਦੀ ਹੈ ਕਿ ਮਨ ਜੀਤੇ ਜਗ ਜੀਤ। ਅਸੀਂ ਜਗ ਸਾਰਾ ਜਿੱਤ ਸਕਦੇ ਹਾਂ ਉਸ ਦੇ ਨਾਲ। East or west, Professor Bird is the best. नमस्कार देवी और सज्जनों, अगर आप केरला में बैठे ब्रिटिश कोलंबिया में इंग्लिश सीखना चाहते हैं या आप IELTS, LPI और सेल्फिप का एग्जाम पास करना चाहते हैं, GTP मार्वलस कॉलेज आपकी लाइफ चेंज हो जाएगी। नीचे एज लाइक जोक, गर्मियां ਦੀ ਰੁੱਤੇ ਅੰਬ ਪੱਕੇ ਹੋਏ ਆ ਤੇ ਇੱਕ ਬਾਗ ਦੇ ਵਿੱਚ 8 ਸਾਲ ਦਾ ਮੁੰਡਾ ਦਰਖਤ ਦੇ ਉੱਤੇ ਚੜ੍ਹ ਕੇ ਅੰਬ ਦੇ ਤੇ ਅੰਬ ਤੋੜ ਰਿਹਾ ਤੇ ਖਾ ਰਿਹਾ, ਤੇ ਬਾਗ ਦਾ ਮਾਲਕ ਆ ਗਿਆ ਤੇ ਆ ਗਿਆ ਨੂੰ ਕਹਿੰਦਾ, ਠਹਿਰ ਜਾ, ਤੈਨੂੰ ਮੈਂ ਦੱਸਦਾ ਜਰਾ, ਤੇਰੇ ਡੈਡੀ ਨੂੰ ਘਰ ਜਾ ਕੇ ਤੇਰੇ ਸ਼ਿਕਾਇਤ ਲਾਉਣਾ। ਜੀ ਉਹ ਤਾਂ ਘਰ ਨਹੀਂ ਹੈਗੇ। ਕਿੱਥੇ ਆ ਉਹ? ਜੀ ਉਹ ਨਾਲ ਦੇ ਦਰਖਤ ਤੇ ਚੜੇ ਹੋਏ ਆ। वालों को हिंदू और मुसलमान नजर आता है, मैं तो अंधा हूँ भाई, मुझे तो हर शख्स में इंसान नजर आता है। साडा कैनेडा दोस्तों, साडे कैनेडा ਦਾ ਜੋ ਇੱਕ ਕਲਚਰ ਹੈ ਕਿ ਅਸੀਂ ਆਪ ਆਪਣੇ ਲਈ ਸਾਰੇ ਜਾਣੇ ਕੰਮ ਕਰੀ ਜਾ ਰਹੇ ਹਾਂ, ਲੇਕਿਨ ਅਗਰ ਅਸੀਂ ਕਿਸੇ ਦੂਸਰੇ ਦੇ ਵਾਸਤੇ, ਸਮਾਜ ਦੇ ਲਈ ਜਾਂ ਕਿਸੇ ਆਰਗੇਨਾਈਜ਼ ਜਾਂ ਸਿੰਗੂਲਰ ਤਰੀਕੇ ਦੇ ਨਾਲ ਇੰਡੀਵਿਜੂਅਲੀ ਕੋਈ ਵੀ ਕੰਮ ਕਰਦੇ ਹਾਂ, ਉਸ ਨੂੰ ਕੈਨੇਡੀਅਨ ਕਲਚਰ ਦਾ ਇੱਕ ਇੰਟੈਗਰਲ ਹਿੱਸਾ ਮੰਨਿਆ ਜਾਂਦਾ ਹੈ ਔਰ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ ਹੈ। ਇਹੋ ਹੀ ਚੀਜ਼ ਮੈਂ ਕੈਨੇਡਾ ਵਿੱਚ ਸਿੱਖੀ। 2 ਵਾਰ ਕ੍ਰਿਟੀਕਲ ਇਲਨੈਸ ਦੇ ਵਿੱਚੋਂ ਲੰਘਣ ਦੇ ਬਾਅਦ ਮੈਂ ਜੋ ਆਪਣੇ ਕੰਮ ਕਾਰ ਸਾਰੇ ਛੱਡ ਕੇ ਕਰੀਬ 1 ਮਹੀਨਾ ਇਸ ਪਰਪਸ ਲਈ ਨਿਕਲਿਆ ਕਿ ਜੋ ਹਾਲਾਤ ਮੈਂ ਚੱਲੇ ਨੇ ਮੈਡੀਕਲ ਪ੍ਰੋਬਲਮਸ ਦੇ ਨਾਲ, ਉਹ ਕੋਈ ਵੀ ਹੋਰ ਕਿਸੇ ਵੀ ਭੈਣ ਭਰਾ ਨੂੰ, ਉਹਨਾਂ ਦੇ ਤੁਹਾਡੇ ਵਰਗੇ ਭੈਣਾਂ ਭਰਾਵਾਂ ਦੇ ਕਿਸੇ ਬੱਚੇ ਨੂੰ, ਕਿਸੇ ਪਿਆਰੇ ਨੂੰ ਉਹਨਾਂ ਹਾਲਾਤਾਂ 'ਚੋਂ ਨਾ ਲੰਘਣਾ ਪਏ। ਆਪਾਂ ਕੈਂਸਰ ਦੀ ਇਸ ਵੇਲੇ ਇਲਾਜ ਲੱਭਣ ਦੇ ਬੜਾ ਨੇੜੇ ਹਾਂ। ਜੋ ਮੈਨੂੰ ਲੈਟਰ ਆਫ ਸਪੋਰਟ ਮਿਲੀ ਸੀ BC ਕੈਂਸਰ ਫਾਊਂਡੇਸ਼ਨ ਵੱਲੋਂ, ਇਹ ਤੁਸੀਂ ਉਸ ਦੀ ਪਿਕਚਰ ਦੇਖ ਰਹੇ ਹੋ। ਇਸ ਦੇ ਵਿੱਚ ਦੇਖੋ ਲਿਖਿਆ ਹੋਇਆ ਹੈ ਕਿ ਇਨ ਆਵਰ ਪ੍ਰੋਵਿੰਸ 1 in 2 people will suffer from cancer in their lifetime। ਦੋਸਤੋ, ਇਹ ਕਿਉਂ ਇੰਨਾ ਫੈਲ ਰਿਹਾ ਹੈ?
ਸਾਡੇ ਖਾਣ ਪੀਣ 'ਚ ਜੋ ਅਸੀਂ ਪ੍ਰੀਜ਼ਰਵ ਕਰਕੇ ਖਾਣਾ ਖਾਂਦੇ ਹਾਂ, ਫਾਸਟ ਫੂਡ ਖਾ ਰਹੇ ਹਾਂ, ਇਹ ਕੋਕਸ ਪੌਪਸ ਅਸੀਂ ਲੈ ਰਹੇ ਹਾਂ, ਇੰਨੇ ਸਾਨੂੰ ਇਹਨਾਂ ਦੇ ਸਵਾਦ ਲੱਗ ਚੁੱਕੇ ਨੇ ਕਿ ਇਹ ਇਹਨਾਂ ਦਾ ਕਾਰਨ ਹੈ। ਕੀ ਕੋਈ ਰੇਡੀਏਸ਼ਨਸ ਇਹਨਾਂ ਦਾ ਕਾਰਨ ਹੈ? ਕੀ ਸਾਡਾ ਮਾਈਕ੍ਰੋਵੇਵ ਇਸ ਦੀ ਪ੍ਰੋਬਲਮ ਸਾਨੂੰ ਦੇ ਰਿਹਾ ਹੈ? ਕੋਈ ਵੀ ਰੀਜ਼ਨ ਹੋਵੇ, ਸਾਨੂੰ ਇਸ ਦਾ ਇਲਾਜ ਪਹਿਲਾਂ ਲੱਭਣਾ ਹੈ ਤੇ ਨਾਲੋਂ ਨਾਲ ਇਸ ਦੀ ਰਿਸਰਚ ਕਰਕੇ ਰਿਕੁਐਸਟ ਕਰਨੀ ਹੈ ਗਵਰਨਮੈਂਟ ਨੂੰ ਕਿ ਇਹ ਕਿਉਂ ਹੁੰਦਾ ਹੈ, ਜੜੋਂ ਹੀ ਇਸ ਨੂੰ ਮਾਰ ਮੁਕਾਇਆ ਜਾਏ। ਮੇਰੀ ਵੈਬਸਾਈਟ ਅਵਤਾਰ ਵਿਰਦੀ ਫॉर ਕੈਂਸਰ ਫੰਡ ਹੈ। ਅਸੀਂ ਹੁਣ ਅਵੇਅਰਨੈਸ ਦੀ ਜੋ ਕੰਪੇਨ ਸੀ ਉਹ ਤਾਂ ਪੂਰੀ ਅਸੀਂ ਕਰਿਆ ਹਾਂ। ਮੈਂ ਉਹ ਜਾ ਕੇ ਪੂਰਾ ਅਕ੍ਰੋਸ ਕੈਨੇਡਾ ਟੈਰੀ ਫੌਕਸ ਨੂੰ ਸੈਲਿਊਟ ਕਰਕੇ ਨਿਕਲਿਆ ਉਸ ਵਾਹਿਗੁਰੂ ਦੀ ਭੇਜੀ ਹੋਈ ਰੂਹ ਨੂੰ। ਲੇਕਿਨ ਹੁਣ ਸਾਡਾ ਟਾਰਗੇਟ ਹੈ ਫੰਡ ਰੇਜ਼ ਕਰਨਾ। ਆਓ ਸਾਰੇ ਭੈਣ ਭਰਾ ਮਿਲ ਕੇ, ਜਿੱਥੇ ਵੀ ਮੇਰਾ ਪ੍ਰੋਗਰਾਮ ਦੇਖਦੇ ਆ, $1 ਤੋਂ ਲੈ ਕੇ 5, 10, 15, 20, 50, 100 ਜਿੰਨਾ ਵੀ ਤੁਸੀਂ ਕਰ ਸਕਦੇ ਆ, ਇਹ ਅਰਦਾਸ ਕਰਕੇ ਕਰੋ ਕਿ ਪ੍ਰਮਾਤਮਾ ਇਹ ਕੈਂਸਰ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਜਾਂ ਤੁਹਾਡੇ ਕਿਸੇ ਆਪਣੇ ਪਿਆਰਿਆਂ ਨੂੰ ਸਾਰੀ ਉਮਰ ਕਦੇ ਨਾ ਛੂ ਪਾਏ ਤੇ ਸਮਾਜ ਕੈਂਸਰ ਵਿੱਚ ਜਿਹੜਾ ਹੈ ਇਸ ਤੋਂ ਗਲ ਰਿਹਾ ਹੈ, ਸਮਾਜ ਕੈਂਸਰ ਤੋਂ ਮੁਕਤ ਹੋ ਜਾਏ। ਪਤਾ ਨਹੀਂ ਤੁਹਾਡੇ ਵਿੱਚੋਂ ਕਿਹੜੀ ਬਖਸ਼ੀ ਹੋਈ ਰੂਹ ਜਿਹੜੀ ਹੈ ਉਸ ਦੀ ਅਰਦਾਸ ਕਬੂਲ ਹੋਣੀ ਹੈ ਤੇ ਸਮਾਜ ਸਾਡਾ ਕੈਂਸਰ ਤੋਂ ਫ੍ਰੀ ਹੋ ਜਾਣਾ ਹੈ। ਅੱਜ ਦਾ ਇੱਕ ਹੋਰ ਜੋਕ। ਇੱਕ ਵਾਈਫ ਆਪਣੇ ਹਸਬੈਂਡ ਨੂੰ ਕਹਿੰਦੀ ਹੈ, ਸੁਣੋ ਜੀ, ਕੀ ਤੁਸੀਂ ਮੇਰੇ ਲਈ ਚੰਨ ਲਿਆ ਸਕਦੇ ਹੋ? ਹਸਬੈਂਡ ਅੰਦਰ ਗਿਆ ਤੇ ਉੱਥੋਂ ਕੰਧ ਤੇ ਟੰਗਿਆ ਹੋਇਆ ਨਾ ਸ਼ੀਸ਼ਾ ਲਿਆ ਕੇ ਉਹਨੇ ਦੇ ਦਿੱਤਾ। ਤੇ ਵਾਈਫ ਨੇ ਸ਼ੀਸ਼ਾ ਵੇਖਿਆ ਤੇ ਕਹਿੰਦੀ, ਹਾਏ ਤੁਸੀਂ ਮੈਨੂੰ ਹੀ ਚੰਨ ਸਮਝਦੇ ਹੋ? ਤੇ ਹਸਬੈਂਡ ਕਿਉਂ ਕਹਿੰਦਾ, ਚੰਨ ਮੰਗਣ ਵਾਲੀ ਹੈ, ਪਹਿਲਾਂ ਆਪਣਾ ਮੂੰਹ ਦੇਖ ਲੈ ਇਹਦੇ 'ਚ। Now by saluting you, Terry Fox, I start my walk from St. John's, the capital of Newfoundland and Labrador. Thank you. Millions of thanks and millions of salute to you. Maritime Sikh Society Halifax ਵਿੱਚ ਇੱਥੇ ਇਹਨਾਂ ਨੂੰ ਆ ਕੇ ਮਿਲੇ ਹਾਂ, ਜਿੱਥੇ ਗੁਰੂ ਘਰ ਇਸ ਵੇਲੇ ਤਿਆਰ ਹੋ ਰਿਹਾ ਹੈ। ਸਾਧ ਸੰਗਤ ਜੀ, ਸਾਨੂੰ ਇਸ ਸੁਸਾਇਟੀ ਤੋਂ ਬਹੁਤ ਬਹੁਤ ਹੈਲਪ ਮਿਲੀ ਹੈ ਔਰ ਸਾਡਾ ਬੜਾ ਹੀ ਨਿੱਘਾ ਸਵਾਗਤ ਕੀਤਾ ਗਿਆ ਹੈ ਔਰ ਸਾਨੂੰ ਬਹੁਤ ਹੀ ਨਿੱਘੇ ਹਿਰਦੇ ਦੇ ਨਾਲ ਇੱਥੇ ਪ੍ਰੋਫੈਸਰ ਅਵਤਾਰ ਬਿਰਦੀ ਸਾਹਿਬ, ਜਿਹੜੇ 2 ਵਾਰ ਕੈਂਸਰ ਦੇ ਮਰੀਜ਼ ਰਹਿ ਚੁੱਕੇ ਆ, ਉਹ ਸਾਰੇ ਕੈਨੇਡਾ ਦੇ ਵਿੱਚ ਵਾਕ ਕਰ ਰਹੇ ਆ ਕੈਂਸਰ ਦੇ ਲਈ, ਕੈਂਸਰ ਦੇ ਇਲਾਜ ਦੇ ਲਈ ਫੰਡ ਇਕੱਠਾ ਕਰਨ ਦੇ ਲਈ। ਟੈਰੀ ਫੌਕਸ ਤੋਂ ਬਾਅਦ ਇਹ ਸਾਡੇ ਪਹਿਲੇ ਪੰਜਾਬੀ ਨੇ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ, ਰਿਕੁਐਸਟ ਕਰੂੰਗਾ ਕਿ ਜ਼ਰੂਰ ਆਪਾਂ ਸਾਰੇ ਜਣੇ ਹਿੱਸਾ ਪਾਈਏ ਔਰ ਉਹਨਾਂ ਦੀ ਮਦਦ ਕਰੀਏ। ਆਈ ਥਿੰਕ ਦੇ ਵਾਂਟ $1 ਮਿਲੀਅਨ ਇਕੱਠਾ ਕਰਨਾ ਚਾਹੁੰਦੇ ਆ। ਸੋ ਆਪਾਂ ਥੋੜੀ ਥੋੜੀ ਹਿੰਮਤ ਮਾਰੀਏ, ਬਹੁਤ ਜਲਦੀ ਹੋ ਸਕਦਾ। ਸੋ ਆਪਾਂ ਆਪਾਂ ਤਾਂ 5 ਮਿਲੀਅਨ ਇਕੱਠੇ ਕਰ ਸਕਦੇ। ਸੋ ਆਪਾਂ ਸਾਰੇ ਜਣੇ ਪੰਜਾਬੀ, ਹਿੰਦੁਸਤਾਨੀ, ਇੰਡੀਆ, ਪਾਕਿਸਤਾਨ ਦੇ ਜਿੱਥੇ ਵੀ ਤੁਸੀਂ ਮੇਰੀ ਆਵਾਜ਼ ਨੂੰ ਸੁਣਦੇ, ਜ਼ਰੂਰ ਉਹਨਾਂ ਦੀ ਪ੍ਰੋਫੈਸਰ ਸਾਹਿਬ ਦੀ ਹੈਲਪ ਕਰੋ। ਬਹੁਤ ਬਹੁਤ ਧੰਨਵਾਦ। His death in 1981, but his legacy is still inspiring others. Professor Avtar Singh Verdi is following in Fox's footsteps, literally. He's walking across Canada to raise money and awareness for the BC Cancer Foundation. The Surrey resident is a 2-time colon and cancer survivor, having faced rough bouts which led to 30% of his liver being removed. Now healthy, Verdi began his trek on June 14th and passed through Winnipeg today. He's hoping to raise $1 million for research and cancer care. And I am following his legacy. I started from St. John's. I'm walking through 13 cities and walking and spreading the message of being strong and to fight with it and raise fund. My target is about to reach $1 million or more than that. Verdi filled up a bottle of ocean water from the Atlantic, and we're told he will be pouring it into the Pacific once he completes his route. It's in honor of Canada's coat of arms motto, from sea to sea. English is very easy. ਲਓ ਅੱਜ ਇੱਕ ਕੋਟੇਸ਼ਨਸ ਦੇ ਨਾਲ ਆਪਾਂ ਅੱਗੇ ਵਧਦੇ ਹਾਂ। If you cry at your trouble, it grows to double.
If you laugh at your trouble, it disappears like a bubble. ਦੋਸਤੋ, ਇਹ ਪੋਜ਼ਿਟਿਵਿਟੀ ਦਾ ਸੰਦੇਸ਼, ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਚੜ੍ਹਦੀ ਕਲਾ ਦਾ ਸੰਦੇਸ਼ ਸਾਨੂੰ ਇਹ ਅਪਣਾਉਣਾ ਚਾਹੀਦਾ ਹੈ। ਆਪਣੇ ਨਾਲਦਿਆਂ ਨੂੰ ਸਾਰਿਆਂ ਨੂੰ ਵੰਡਣਾ ਚਾਹੀਦਾ ਹੈ, ਹੌਸਲਾ ਦੇਣਾ ਚਾਹੀਦਾ ਹੈ ਕਿ ਜਿੰਨੇ ਮਰਜ਼ੀ ਔਖੇ ਹਾਲਾਤ ਹੋਣ, ਹਾਲਾਤ ਬਦਲਦੇ ਆ। ਜਿਵੇਂ ਸਾਰੀ ਰੁੱਤਾਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ, ਸਾਰੇ ਮੌਸਮ ਆਪਣੇ ਆਪਣੇ ਸਮੇਂ ਨਾਲ ਬਦਲਦੇ ਆ, ਇਸੇ ਤਰ੍ਹਾਂ ਹੀ ਹਾਲਾਤ ਬਦਲਦੇ ਆ। ਪੋਜ਼ਿਟਿਵਿਟੀ ਰੱਖੋ, ਪੋਜ਼ਿਟਿਵਿਟੀ ਫੈਲਾਓ, ਕਿਉਂਕਿ ਬੁਲੰਦ ਹੌਸਲਿਆਂ ਦੇ ਨਾਲ ਹੀ ਜ਼ਿੰਦਗੀ ਜਿੱਤੀ ਜਾ ਸਕਦੀ ਹੈ। ਮੈਂ ਆਪਣੇ ਆਪ 'ਚ ਇਸ ਦੀ ਜਿਉਂਦੀ ਜਾਗਦੀ ਐਗਜ਼ਾਮਪਲ ਹਾਂ ਤੇ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਇਸੇ ਚੜ੍ਹਦੀ ਕਲਾ ਦਾ ਹਮੇਸ਼ਾ ਸੰਦੇਸ਼ ਦਿੰਦਾ ਹਾਂ। One girl goes for an interview and the panel is sitting before her. One person asks, "What is your greatest weakness?" The girl says, "Honesty." The one member of the panel says, "I don't think honesty can be a problem." The girl says, "I don't give a damn what you think." ਗੁਰਬਾਣੀ ਦਾ ਮਹਾਵਾਕ ਹੈ ਜੀ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰ ਦੀ ਸੇਵਾ ਕਰਨ ਲਈ ਹੁਣ ਆਪਾਂ ਪਰਮਾਤਮਾ ਕੋਲ ਤਾਂ ਜਾ ਨਹੀਂ ਸਕਦੇ ਤੇ ਨਾ ਹੀ ਪਰਮਾਤਮਾ ਸਿਰਫ ਸਾਡਾ ਇੰਤਜ਼ਾਰ ਕਰ ਰਿਹਾ ਕਿ ਅਸੀਂ ਉਹਨਾਂ ਦੀ ਸੇਵਾ ਕਰਨ ਲਈ ਉੱਥੇ ਪਹੁੰਚੀਏ, ਪਰ ਪਰਮਾਤਮਾ ਨੇ ਜ਼ਰੀਆ ਬਣਾਇਆ। ਪਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਕਿਸੇ ਲੋੜਵੰਦ, ਕਿਸੇ ਦੀਨ ਦੁਖੀ ਦੀ ਮਦਦ ਕਰ ਦਿਓ, ਤੁਹਾਡੀ ਉਹ ਸੇਵਾ ਮੇਰੇ ਤੱਕ ਪਹੁੰਚ ਜਾਏਗੀ। ਇਹ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਜਿਹੜੇ ਨੇ ਉਹ ਇੱਕ ਕੈਂਪੇਨ ਚਲਾ ਰਹੇ ਨੇ ਕੈਂਸਰ ਪੇਸ਼ੈਂਟਸ ਵਾਸਤੇ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਦੇ ਨਾਲ ਜੁੜੋ। ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਉਹਨਾਂ ਨਾਲ ਜੁੜ ਕੇ ਆਪਣੀ ਜਿਹੜੀ ਇੱਕ ਸੇਵਾ ਹੈ ਉਹ ਤੁਸੀਂ ਦੀਨ ਦੁਖੀ ਤੱਕ, ਲੋੜਵੰਦਾਂ ਤੱਕ ਜ਼ਰੂਰ ਪਹੁੰਚਾਓ। ਇਸ ਮਿਸ਼ਨ ਲਈ, ਇਸ ਕਾਜ਼ ਲਈ ਪ੍ਰੋਫੈਸਰ ਸਾਹਿਬ ਆਲ ਦਾ ਵੈਰੀ ਬੈਸਟ। ਆਪਣਾ ਬਿਰਦ ਸਮਾਰੇ ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਆਏ ਹਨ। ਜੀ ਪ੍ਰੋਫੈਸਰ ਸਾਹਿਬ। ਰਣਜੀਤ ਜੀ, ਜੀ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਾਧੂ ਕੇ ਸੁਨ ਉਪਦੇਸੇ, ਜਨਮ ਮਰਨ ਕੇ ਮਿਟੇ ਅੰਦੇਸੇ। O man, listen to the good talks or the sermons of true people, nice people or sane people. ਜੀ ਜਿਹੜੇ ਸਿਆਣੇ ਲੋਕ ਨੇ, ਸਾਧੂ ਨੇ, ਉਹਨਾਂ ਦੇ ਮੂੰਹ ਦੇ ਬਚਨ ਜੋ ਨੇ, ਉਹਨਾਂ ਦੇ ਜੋ ਸ਼ਲੋਕ ਨੇ, ਉਹਨਾਂ ਨੂੰ ਸੁਣ। ਜਨਮ ਮਰਨ ਕੇ ਮਿਟੇ ਅੰਦੇਸੇ, the illusions of births and deaths will be gone. ਤੇਰੇ ਜਿੰਨੇ ਵੀ ਭੁਲੇਖੇ ਨੇ ਜਨਮ ਮਰਨ ਦੇ, ਉਹ ਵੀ ਦੂਰ ਹੋ ਜਾਣਗੇ। ਬਹੁਤ ਸਾਰੇ ਡਰ ਰਣਜੀਤ ਜੀ ਸਾਨੂੰ ਇਸ ਤਰ੍ਹਾਂ ਦੇ ਲੱਗੇ ਰਹਿੰਦੇ ਨੇ ਕਿ ਹਾਏ ਪਿਛਲੇ ਜਨਮ ਦਾ ਮੈਂ ਕੀਤਾ ਹੋਣਾ ਤਾਂ ਮਾੜਾ ਹੋਇਆ, ਜੇ ਮੈਂ ਕਿਤੇ ਹੁਣ ਇੱਦਾਂ ਕੀਤਾ ਤੇ ਗਾਂ ਜਨਮ ਦੇ ਵਿੱਚ ਕੀ ਹੋਊਗਾ। ਅਗਰ ਅਸੀਂ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੰਨੇ ਆ, ਹਰ ਭੁਲੇਖੇ ਨੂੰ ਦੂਰ ਕਰ ਦਿੰਨੇ ਆ ਵੀ ਕੀ ਹੋਊਗਾ ਤੇ ਕੀ ਹੋਇਆ ਸੀ, ਉਹ ਸਾਡਾ ਟਾਈਮ ਵੇਸਟੇਜ ਹੈ। ਚੰਗੇ ਕੰਮ ਕਰਨੇ ਸ਼ੁਰੂ ਕਰੋ, ਕ੍ਰੀਏਟੀਵਿਟੀ ਸ਼ੁਰੂ ਕਰ ਦਿਓ। ਹਰ ਇਨਸਾਨ ਦਾ ਛੋਟੇ ਲੈਵਲ ਤੋਂ ਲੈ ਕੇ, ਇੰਡੀਵਿਜੂਅਲ ਤੋਂ ਲੈ ਕੇ ਜੇ ਸਮਾਜ ਦੇ ਲੈਵਲ ਤੱਕ ਉਸ ਦਾ ਕਿਤੇ ਭਲਾ ਹੈ ਤੇ ਬਸ ਬੇਫਿਕਰ ਹੋ ਜਾਓ ਤੇ ਆਪਣੇ ਭਰਮ ਆਪਾਂ ਹਟਾ ਦਈਏ ਕਿ ਮੈਨੂੰ ਕੋਈ, ਮੈਂ ਚੰਗਾ ਨਹੀਂ, ਮੈਂ ਮਾੜਾ ਕੰਮ ਕਰ ਰਿਹਾ। ਉਹ ਚੰਗਾ ਹੀ ਕੰਮ ਹੈ। ਚੰਗਾ ਕੰਮ ਉਹ ਹੈ ਜਿਹਦੇ ਨਾਲ ਤੁਹਾਡੀ ਅੰਦਰ ਦੀ ਜ਼ਮੀਰ ਤੁਹਾਨੂੰ ਕਵੇ ਕਿ ਤੁਸੀਂ ਵਧੀਆ ਕੰਮ ਕੀਤਾ ਹੈ ਤੇ ਕਿਸੇ ਦਾ ਭਲਾ ਹੋਇਆ ਹੈ, ਕਿਸੇ ਵੱਲੋਂ ਤੁਹਾਨੂੰ ਅੱਜ ਦੁਆ ਜ਼ਰੂਰ ਆਉਣੀ ਹੈ। ਰਣਜੀਤ ਜੀ, ਸਾਨੂੰ ਤਾਂ ਸਾਡੇ ਘਰਦਿਆਂ ਨੇ, ਮੇਰੇ ਖਿਆਲ ਬਹੁਤ ਸਾਰੇ ਸਾਡੇ ਦਰਸ਼ਕ ਵੀ ਜੋ ਦੇਖਦੇ ਨੇ, ਸਾਰੇ ਹੀ ਤੁਸੀਂ ਜਾਣਦੇ ਹੋ ਕਿ ਸਾਡੇ ਤੁਹਾਡੇ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਕਿ ਬੱਚਿਓ, ਕਿਸੇ ਦਾ ਜ਼ਿੰਦਗੀ 'ਚ ਦਿਲ ਨਾ ਦੁਖਾਇਓ ਜੀ, ਕਿਸੇ ਦੇ ਨਾਲ ਠੱਗੀ ਨਾ ਮਾਰਿਓ, ਬੇਈਮਾਨੀ ਨਾ ਕਰਿਓ, ਹੱਕ ਦੀ ਕਮਾਈ ਖਾਇਓ ਤੇ ਕਿਸੇ ਦੀਆਂ ਦੁਆਵਾਂ ਲਈਓ। ਇਹ ਤੁਸੀਂ ਵੀ ਜ਼ਰੂਰ ਅਜਮਾ ਕੇ ਦੇਖਿਆ ਹੋਏਗਾ ਔਰ ਮੈਂ ਵੀ ਅਜਮਾ ਕੇ ਦੇਖਿਆ ਕਿ ਜਿੰਨੀਆਂ ਕੁ ਦੁਆਵਾਂ ਮੈਂ ਲਈਆਂ ਨੇ, ਮੇਰੇ ਖਿਆਲ 'ਚ ਮੈਂ ਬੜੇ ਔਖੇ ਸਮਿਆਂ 'ਚੋਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਵਾਰ ਲੰਘਿਆ ਹਾਂ ਤੇ ਉਹ ਭੈਣਾਂ ਭਰਾਵਾਂ ਦੀਆਂ ਦੁਆਵਾਂ ਨੇ ਮੈਨੂੰ ਬਚਾ ਕੇ ਕੱਢਿਆ ਹੈ। ਆਪਾਂ ਸਾਰੇ ਹੀ ਦੁੱਖਾਂ ਸੁੱਖਾਂ 'ਚੋਂ ਲੰਘਦੇ ਹਾਂ। ਕਈ ਜਣੇ ਤੁਹਾਡੇ ਵਿੱਚੋਂ ਇਸ ਵੇਲੇ ਵੀ ਲੰਘ ਰਹੇ ਹੋਣਗੇ, ਯਕੀਨ ਜਾਣਿਓ। ਫਿਰ ਵੀ ਤੁਸੀਂ ਕਿਸੇ ਲਈ ਜੇ ਹੋਰ ਕੁਝ ਨਹੀਂ ਕਰ ਸਕਦੇ ਤੇ ਅਰਦਾਸ ਵੀ ਕਰੋਗੇ, ਉਹ ਪ੍ਰਮਾਤਮਾ ਦੇ ਘਰ ਇੱਕ ਸਾਡਾ ਅਕਾਊਂਟ ਖੁੱਲ੍ਹਦਾ ਹੈ। ਜੀ
ਰਣਜੀਤ ਜੀ, ਮੈਂ ਬਹੁਤ ਸਾਰੇ ਗੁਰਦੁਆਰਿਆਂ 'ਚ ਹਾਜ਼ਰੀ ਲਗਵਾ ਕੇ ਆਇਆ। ਮੈਂ ਉੱਥੇ ਬਾਰ-ਬਾਰ ਇਹੋ ਹੀ ਇੱਕ ਗੱਲ ਕਈ ਗੁਰਦੁਆਰਿਆਂ ਵਿੱਚ ਕਹੀ। ਮੈਂ ਕਿਹਾ ਕਿ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਇੱਕ ਵਾਰੀ ਕਥਾ ਚੱਲ ਰਹੀ ਸੀ ਤੇ ਉਹਨਾਂ ਦਾ ਪਿਆਰਾ ਸੁਥਰਾ ਬੱਚਾ ਜੋ ਉਹਨਾਂ ਨੂੰ ਰੂੜੀ ਤੋਂ ਲੱਭਿਆ ਸੀ, ਉਹ ਸ਼ਕਲ ਸੂਰਤ ਤੋਂ ਬਹੁਤ ਹੀ ਹੋਰ ਤਰ੍ਹਾਂ ਦਾ ਸੀ, ਪਰ ਉਹ ਦਿਮਾਗੀ ਬਹੁਤ ਸੀ, ਸਰੀਰਕ ਤੌਰ ਤੇ ਬੜਾ ਚੁਸਤ ਸੀ ਤੇ ਉਹ ਸੰਗਤ ਨੂੰ ਪਿੱਛੇ ਗਾਲਾਂ ਕੱਢਣ ਲੱਗ ਪਿਆ ਤੇ ਸੰਗਤ ਨੇ ਉਹਨੂੰ ਦਬਕਾ ਮਾਰਿਆ ਪਿੱਛੇ। ਤੇ ਜਦੋਂ ਨਹੀਂ ਹਟਿਆ ਤੇ ਕੁਝ ਸੰਗਤ ਦੇ ਬੰਦੇ ਜਿਹੜੇ ਉੱਠ ਕੇ ਉਹਦੇ ਮਗਰ ਭੱਜੇ ਵੀ ਇਹਨੂੰ ਫੜ ਕੇ ਜਰਾ ਕਰੀਏ ਦੀ ਤੌਣੀ ਲਾਈਏ, ਤੇ ਉਹ ਇੰਨਾ ਫੁਰਤੀਲਾ ਸੀ ਕਿ ਉਹ ਪਤਾ ਨਹੀਂ ਲੱਗਿਆ, ਹਵਾ ਵਾਂਗੂ ਜਿਵੇਂ ਗਾਇਬ ਹੋ ਗਿਆ। ਤੀਜੇ ਦਿਨ ਜਦੋਂ ਉਹਨੂੰ ਪੇਸ਼ ਕੀਤਾ ਗਿਆ ਗੁਰੂ ਸਾਹਿਬ ਦੇ ਅੱਗੇ ਤੇ ਉਹ ਕਹਿੰਦੇ, ਬਾਬਾ ਜੀ ਇਹਨੇ ਦੇਖੋ ਦਿਨ ਗਾਲਾਂ ਕੱਢੀਆਂ ਜਦੋਂ ਤੁਸੀਂ ਕਥਾ ਕਰ ਰਹੇ ਸੀ, ਬਚਨ ਕਰ ਰਹੇ ਸੀ। ਉਹ ਕਹਿੰਦਾ ਮੈਂ ਨਹੀਂ ਕੱਢੀਆਂ। ਉਹ ਕਹਿੰਦੇ ਜੀ ਇਹਨੇ ਕੱਢੀਆਂ ਗਾਲਾਂ। ਕਹਿੰਦੇ ਦੱਸੋ ਤਾਂ ਕਿਹੜੀਆਂ ਕੱਢੀਆਂ, ਸੁਥਰਾ ਕਵੇ। ਉਹਨਾਂ ਨੇ ਕੱਲੀ ਕੱਲੀ ਗਾਲ ਗਣਾਤੀ, ਇਹਨੇ ਆਹ ਵੀ ਕਿਹਾ ਸੀ, ਆਹ ਵੀ ਕਿਹਾ ਸੀ, ਆਹ ਵੀ ਕਿਹਾ ਸੀ। ਕਹਿੰਦਾ ਬਾਬਾ ਜੀ ਉਦੋਂ ਕੀ ਚੱਲਦਾ ਪਿਆ ਸੀ? ਇਹ ਕਹਿੰਦੇ ਬਾਬਾ ਜੀ ਉਸ ਵੇਲੇ ਬਚਨ ਕਰ ਰਹੇ ਸਨ। ਕਿਹੜਾ ਬਚਨ ਕਰ ਰਹੇ ਸਨ? ਤੇ ਉਹ ਸਾਰੇ ਜਿਹੜੇ ਫੜ ਕੇ ਲਿਆਏ ਸੀ ਸੁਥਰੇ ਨੂੰ, ਇੱਕ ਦੂਜੇ ਦਾ ਮੂੰਹ ਦੇਖ। ਚੰਗੀਆਂ ਗੱਲਾਂ ਸਾਡੇ ਮਨ ਵਿੱਚ ਪਾਉਣੀਆਂ ਬੜੀਆਂ ਔਖੀਆਂ ਹੁੰਦੀਆਂ ਨੇ। ਇਸ ਲਈ ਗੁਰਬਾਣੀ ਸਾਨੂੰ ਇਹ ਕਹਿੰਦੀ ਹੈ, ਸੁਨ ਸਾਧੂ ਕੇ ਉਪਦੇਸੇ ਜਨਮ ਮਰਨ ਕੇ ਮਿਟੇ ਅੰਦੇਸੇ। ਜਦੋਂ ਅਸੀਂ ਬੋਲਣ ਨਾਲੋਂ ਜ਼ਿਆਦਾ ਸੁਣਨ ਦੇ ਵਾਲੇ ਪਾਸੇ ਜ਼ੋਰ ਦੇਣਾ ਸ਼ੁਰੂ ਕਰਦੇ ਹਾਂ ਕਿ ਕੋਈ ਵੀ ਬੋਲ ਰਿਹਾ ਹੈ ਤੇ ਅਗਲੇ ਦੀ ਗੱਲ ਧਿਆਨ ਨਾਲ ਸੁਣੀਏ, ਫਿਰ ਉਸ ਦਾ ਜਵਾਬ ਦਈਏ, ਇਹੋ ਜਿਹੀ ਜਦੋਂ ਅਸੀਂ ਆਈਡੀਓਲੋਜੀ ਆਪਣੀ ਜ਼ਿੰਦਗੀ 'ਚ ਅਪਣਾ ਲੈਂਦੇ ਆ ਨਾ, ਫਿਰ ਹੀ ਤੁਹਾਡੇ ਤੇ ਸਾਡੇ ਘਰਾਂ ਦੇ ਦਿਲਾਂ ਦੇ ਵਿਹੜੇ ਸਦਾ ਖੁਸ਼ੀਆਂ ਦੇ ਨਾਲ ਮਹਿਕਦੇ ਰਹਿੰਦੇ ਨੇ। मार्वलस इंग्लिश स्पीकिंग कोर्स मुझे बहुत पसंद। East or West, this book is the best. नमस्कार देवी और सज्जनों, अगर आप कनाडा में बैठे ब्रिटिश कोलंबिया में इंग्लिश सीखना चाहते हैं, यहाँ आप IELTS, LPI और सेल्फिप का एग्जाम पास करना चाहते हैं, GTP मार्वलस कॉलेज आपकी लाइफ चेंज हो जाएगी। हाँ। न जाने कैसा जादू है तेरे दरबार का, हम आते हैं बिखर के और जाते हैं निखर के। ਉਮੀਦ ਕਰਦੇ ਹਾਂ ਕਿ ਪਹਿਲੇ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਇਸ ਹਫਤੇ ਦਾ ਪ੍ਰੋਗਰਾਮ ਵੀ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ ਦਿੰਦੇ ਰਹਿਣਾ। ਹੁਣ ਮਿਲਦੇ ਹਾਂ ਜੀ ਅਗਲੇ ਹਫਤੇ ਇੱਕ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।